ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰਹੁ ਵਣਜਾਰਿਹੁ ਵਖਰ ਲੇਹੁ ਸੁਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਵਣਜ ਕਰਹੁ ਵਣਜਾਰਿਹੁ ਵਖਰ ਲਿਹੁ ਸੁਮਾਲ
ਐਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਦੀਨਾ ਬੰਧੂ ਭਗਤ ਵਸ਼ਲ ਕਰੁਣਾ ਨਿਦਾਨ ਅੰਤਰਜਾਮੀ ਸਤਿਗੁਰੂ ਗਰੀਬ ਨਿਵਾਜ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਨੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਉਪਰੰਤ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਦੇ ਪਾਠ ਅਤੇ ਆਸਾ ਦੀ ਵਾਰ ਦਾ ਰਸ ਪਿੰਨਾ ਸ਼ਬਦ ਕੀਰਤਨ ਹੋਇਆ ਹੈ। ਹੁਣ ਨਿਤਾ ਪ੍ਰਤੀ ਦੀ ਮਰਿਆਦਾ ਅਨੁਸਾਰ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਅੱਜ ਦੇ ਸ਼ਬਦ ਦਾ ਉਪਦੇਸ਼ ਸਰਵਣ ਕਰੀਏ ਜੀ। ਅੱਜ ਦੇ ਪਾਵਨ ਸ਼ਬਦ ਅੰਦਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਸ ਧਰਤੀ ਤੇ ਆਇਆ ਹਰੇਕ ਜੀਵ ਵਣਜਾਰਾ ਹੈ। ਕੋਈ ਨਾ ਕੋਈ ਵਪਾਰ ਕਰਨ ਵਾਸਤੇ ਹਰ ਜੀਵ ਮਸ਼ਰੂਫ ਹੈ, ਪਰੰਤੂ ਜਿਸ ਵਪਾਰ ਵਾਸਤੇ ਅਕਾਲ ਪੁਰਖ ਵਾਹਿਗੁਰੂ ਨੇ ਧਰਤੀ ਦੇ ਉੱਪਰ ਭੇਜਿਆ ਹੈ ਉਸ ਵਪਾਰ ਤੋਂ ਕਈ ਵਾਰੀ ਖਾਲੀ ਰਹਿ ਜਾਂਦਾ ਹੈ। ਗੁਰਬਾਣੀ ਦੇ ਅੰਦਰ ਜੀਵ ਨੂੰ ਵਣਜਾਰਾ, ਸੌਦਾਗਰ, ਵਪਾਰੀ ਕਰਕੇ ਲਿਖਿਆ ਹੈ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਰਿਵਾਰ ਨੇ 4 ਪ੍ਰਕਾਰ ਦੇ ਕੰਮ ਕਰਨ ਵਾਸਤੇ ਆਖਿਆ ਕਿ ਬੇਟਾ ਜੀ ਜਾਂ ਤੁਸੀਂ ਵਾਈ ਕਰ ਲਓ, ਜੇ ਵਾਈ ਨਹੀਂ ਕਰਨੀ ਫਿਰ ਦੁਕਾਨਦਾਰੀ ਕਰੋ, ਜਾਂ ਫਿਰ ਤੁਸੀਂ ਵਪਾਰੀ ਬਣ ਕੇ, ਸੌਦਾਗਰ ਬਣ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਲਵੋ, ਤੇ ਜਾਂ ਕਿਸੇ ਬਾਦਸ਼ਾਹ ਦੀ ਫੌਜ ਵਿੱਚ ਅਥਵਾ ਕਿਸੇ ਸਰਕਾਰੀ ਨੌਕਰੀ ਦੇ ਵਿੱਚ ਭਰਤੀ ਹੋ ਜਾਓ। ਤੇ ਜਦੋਂ ਗਰੀਬ ਨਵਾਜ ਬਾਦਸ਼ਾਹ ਨੇ ਸੌਦਾਗਰੀ ਦਾ ਸੌਦਾ ਕਰਨ ਤੋਂ, ਸੌਦਾਗਰੀ ਦੀ ਕਿਰਤ ਕਰਨ ਤੋਂ ਇਨਕਾਰ ਕੀਤਾ, ਉਦੋਂ ਹਜ਼ੂਰ ਨੇ ਇਹ ਪਾਵਨ ਸ਼ਬਦ ਉਚਾਰਨ ਕਰਕੇ ਪਰਿਵਾਰ ਦੇ ਭਰਮ ਦੂਰ ਕਰ ਦਿੱਤੇ ਕਿ ਹੇ ਮਾਤਾ ਪਿਤਾ ਜੀ, ਮੈਂ ਵਪਾਰੀ ਹਾਂ ਤੇ ਵਪਾਰ ਕਰਦਾ ਹਾਂ, ਪਰੰਤੂ ਮੇਰੇ ਵਪਾਰ ਵਿੱਚ ਕਦੇ ਘਾਟਾ ਨਹੀਂ ਪੈਂਦਾ ਤੇ ਉਸ ਵਪਾਰ ਨਾਲ ਪਰਲੋਕ ਵਿੱਚ ਵੀ ਜੀਵ ਦੀ ਇੱਜ਼ਤ ਬਣਦੀ ਹੈ। ਸੁਣ ਸਾਸਤ ਸੌਦਾਗਰੀ, 7 ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ, ਮਤ ਮਨ ਜਾਣ ਹੈ ਕੱਲ, ਨਿਰੰਕਾਰ ਕੈ ਦੇਸ ਜਾਹੇ ਤਾਂ ਸੁਖ ਲਹਿ ਹੈ ਮਹੱਲ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮੇਰੀ ਸੌਦਾਗਰੀ ਭਾਵ ਮੇਰਾ ਵਪਾਰ ਕੀ ਹੈ ਕਿ 7 ਘੋੜੇ ਲੈ ਚੱਲ। ਸੱਚੇ ਨਾਮ ਰੂਪੀ ਘੋੜੇ ਮੈਂ ਇਸ ਵਪਾਰ ਦੇ ਵਿੱਚ ਵਣਜਦਾ ਹਾਂ, ਖਰੀਦਦਾ ਹਾਂ, ਕਿਉਂਕਿ ਵਪਾਰ ਦੀ ਦੁਨੀਆ ਦਾ ਇੱਕ ਅਸੂਲ ਹੈ ਕਿ ਕਿਸੇ ਥਾਂ ਤੋਂ ਸਸਤੇ ਭਾਅ ਚੀਜ਼ ਖਰੀਦਣੀ ਤੇ ਦੂਜੀ ਜਗ੍ਹਾ ਜਾ ਕੇ ਮਹਿੰਗੇ ਭਾਅ ਚੀਜ਼ ਵੇਚਣੀ।
ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੈਂ ਸੱਚੇ ਨਾਮ ਤੇ ਸੱਚ ਸਰੂਪ ਵਾਹਿਗੁਰੂ ਰੂਪੀ ਸੌਦਾ ਇਕੱਤਰ ਕੀਤਾ ਹੈ। ਤੇ ਜਦੋਂ ਵਪਾਰ ਕਰਨ ਵਾਸਤੇ ਵਪਾਰੀ ਰਸਤੇ ਦੇ ਵਿੱਚ ਜਾਂਦੇ ਨੇ, ਘਰੋਂ ਖਾਣ ਪੀਣ ਵਾਸਤੇ ਸਮਾਨ ਵੀ ਨਾਲ ਬੰਨ੍ਹ ਲੈਂਦੇ ਨੇ। ਗਰੀਬ ਨਵਾਜ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਜਦੋਂ ਪਰਲੋਕ ਦੇ ਰਸਤੇ ਉੱਪਰ ਲੰਬਾ ਸਫ਼ਰ ਤੈਨੂੰ ਤੈਅ ਕਰਨਾ ਪਵੇਗਾ, ਉਦੋਂ ਚੰਗਿਆਈਆਂ ਰੂਪੀ ਖਰਚਾ ਤੇਰੀ ਮਦਦ ਕਰੇਗਾ। ਖਰਚ ਬੰਨ ਚੰਗਿਆਈਆਂ, ਮਤ ਮਨ ਜਾਣੈ ਕੱਲ ਦੇ ਉੱਪਰ ਕਦੇ ਭਰੋਸਾ ਨਾ ਕਰ। ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਮਤਾ ਕਿਧਰੇ ਆਪਣੇ ਮਨ ਵਿੱਚ ਕੱਲ ਦੇ ਉੱਪਰ ਭਰੋਸਾ ਰੱਖੀ, ਕੱਲ ਕਦੇ ਜ਼ਿੰਦਗੀ ਵਿੱਚ ਆਉਂਦਾ ਹੀ ਨਹੀਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਜਿਹੜਾ ਜੀਵ ਇਸ ਵਪਾਰ ਨੂੰ ਕਰਨ ਵਾਲਾ ਵਪਾਰੀ ਬਣ ਜਾਵੇਗਾ ਤੇ ਜਦੋਂ ਨਿਰੰਕਾਰ ਕੈ ਦੇਸ ਜਾਹੇ, ਆਪਣੀ ਤਾ ਉਮਰ ਇਸ ਸੱਚੇ ਵਪਾਰ ਵਿੱਚ ਜਿਸ ਨੇ ਬਤੀਤ ਕੀਤੀ ਤੇ ਆਖਰਕਾਰ ਨਿਰੰਕਾਰ ਦੇ ਘਰ ਨੂੰ ਜਦੋਂ ਪਿਆਨਾ ਕਰ ਗਿਆ ਤੇ ਉੱਥੇ ਜਾ ਕੇ ਵੀ ਤਾਂ ਸੁਖ ਲਹਿ ਹੈ ਮਹੱਲ, ਸਰੂਪ ਰੂਪੀ ਮਹੱਲ ਨੂੰ ਪ੍ਰਾਪਤ ਕਰਕੇ ਇਹ ਜੀਵ ਆਤਮਾ ਸਦੀਵੀ ਸੁਖ ਨੂੰ ਮਾਣਦਾ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਜੀਵ ਨੂੰ ਵਣਜਾਰਾ ਕਿਹਾ ਹੈ, ਔਰ ਹਰ ਜੀਵ ਅਸਲ ਵਿੱਚ ਧਰਤੀ ਤੇ ਕੋਈ ਨਾ ਕੋਈ ਵਣਜ ਕਰ ਰਿਹਾ ਹੈ, ਪਰੰਤੂ ਕਿਸੇ ਦਾ ਵਣਜ ਵਪਾਰ ਝੂਠਾ ਹੈ, ਨਾਸਵੰਤ ਹੈ। ਪਰਮੇਸ਼ਰ ਦੇ ਭਗਤਾਂ ਦਾ ਵਪਾਰ ਸੱਚਾ ਹੈ ਤੇ ਦਰਗਾਹ ਦਾ ਸਾਥੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਸੱਚੇ ਵਪਾਰ ਬਾਬਤ ਅੱਜ ਦੇ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ। ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰਹੁ ਵਣਜਾਰਿਹੁ, ਵਖਰ ਲਿਹੁ ਸਮਾਲ। ਸ੍ਰੀ ਰਾਗ ਅੰਦਰ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਵਿੱਤਰ ਸ਼ਬਦ ਹੈ। ਗਰੀਬ ਨਵਾਜ ਕਿਰਪਾ ਕਰਦੇ ਹਨ ਕਿ ਹੇ ਵਣਜਾਰਿਓ, ਭਾਵ ਹੇ ਵਪਾਰੀਓ, ਤੁਸੀਂ ਮੇਰੀ ਗੱਲ ਮੰਨ ਕੇ ਇੱਕ ਵਣਜ ਕਰੋ, ਭਾਵ ਵਪਾਰ ਕਰਨਾ ਕਰੋ। ਵਖਰ ਲਿਹੁ ਸਮਾਲ, ਅਤੇ ਇਸ ਵਪਾਰ ਦੇ ਵਿੱਚੋਂ ਜਿਹੜਾ ਵਖਰ ਭਾਵ ਪੂੰਜੀ ਸੌਦਾ ਤੁਹਾਨੂੰ ਪ੍ਰਾਪਤ ਹੋਵੇਗਾ, ਉਸ ਨੂੰ ਸੰਭਾਲ ਕੇ ਰੱਖਣਾ ਕਰੋ। ਵੈਸੇ ਵੀ ਕੋਈ ਬਾਣੀਆਂ ਵਪਾਰੀ ਜਿੰਨਾ ਸੌਦਾ ਖੱਟਦਾ ਹੈ, ਜਿੰਨਾ ਲਾਭ ਖੱਟਦਾ ਹੈ, ਉਹਨੂੰ ਸਾਂਭ ਕੇ ਰੱਖਦਾ ਹੈ, ਕਿਉਂਕਿ ਵਪਾਰੀ ਨੂੰ ਪਤਾ ਹੈ ਕਿ ਜੇ ਮੈਂ ਆਪਣੀ ਦੁਨੀਆ ਵਿੱਚ ਕਾਮਯਾਬ ਹੋਣਾ ਤੇ ਮੈਨੂੰ ਖੱਟਿਆ ਹੋਇਆ ਸੌਦਾ ਸਾਂਭ ਕੇ ਰੱਖਣਾ ਪਵੇਗਾ, ਅਤੇ ਉਸ ਸੌਦੇ ਦੇ ਵਿੱਚੋਂ ਜਿਹੜਾ ਲਾਭ ਮੈਨੂੰ ਪ੍ਰਾਪਤ ਹੁੰਦਾ ਹੈ ਉਸ ਨੂੰ ਵੀ ਸਾਂਭਣਾ ਪਏਗਾ। ਜੇ ਵਪਾਰੀ ਅਵੇਸਲਾ ਹੋ ਜਾਵੇ, ਆਪਣਾ ਸੌਦਾ ਸੰਭਾਲ ਕੇ ਨਾ ਰੱਖੇ ਔਰ ਉਸ ਸੌਦੇ ਤੋਂ ਹੋਈ ਆਮਦਨ ਨੂੰ ਸੰਭਾਲ ਕੇ ਨਾ ਰੱਖੇ, ਤੇ ਉਹ ਵਪਾਰੀ ਥੋੜੇ ਦਿਨਾਂ ਦੇ ਵਿੱਚ ਹੀ ਫੇਲ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਇਸ ਕਰਕੇ ਬਖਸ਼ਿਸ਼ ਕਰਦੇ ਹਨ ਕਿ ਵਖਰ ਲਿਹੁ ਸਮਾਲ, ਨਾਮ ਦਾ ਵਪਾਰ ਕਰਕੇ ਜੋ ਭਗਤੀ ਰੂਪੀ ਖਜ਼ਾਨਾ ਹੈ ਗੁਰਸਿੱਖੋ ਤੁਸੀਂ ਜਮ੍ਹਾਂ ਕਰੋਗੇ, ਉਸ ਖਜ਼ਾਨੇ ਨੂੰ ਸੰਭਾਲ ਕੇ ਰੱਖਣਾ, ਕਿਉਂਕਿ ਇਹ ਖਜ਼ਾਨਾ ਉਦੋਂ ਗਵਾਚ ਜਾਂਦਾ ਹੈ ਜਦੋਂ ਜੀਵ ਹੰਕਾਰ ਕਰ ਲੈਂਦਾ ਹੈ।
ਜਦੋਂ ਹਉਮੈ ਰੂਪੀ ਚੋਰ ਹਿਰਦੇ ਨੂੰ ਸੰਨ ਲਾਉਂਦਾ ਹੈ ਤੇ ਅੰਤਸ਼ਕਰਨ ਦੇ ਵਿੱਚੋਂ ਚੰਗੇ ਗੁਣ ਚੁਰਾ ਲੈਂਦਾ ਹੈ, ਉਦੋਂ ਇਹ ਖਜ਼ਾਨਾ ਗਵਾਚਣ ਦਾ ਡਰ ਹੈ। ਇਸ ਕਰਕੇ ਹਜੂਰ ਕਹਿੰਦੇ ਜਿੱਥੇ ਇਸ ਪੂੰਜੀ ਨੂੰ ਵੱਖਰ ਸੌਦੇ ਨੂੰ ਵਿਹਾਜਣਾ ਹੈ, ਉੱਥੇ ਇਸ ਨੂੰ ਸੰਭਾਲ ਕੇ ਰੱਖਣ ਦਾ ਵੀ ਬੜਾ ਭਾਰੀ ਯਤਨ ਕਰਨਾ ਹੈ। ਗੌੜੀ ਰਾਗ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਵਿੱਤਰ ਬਚਨ ਹੈ, ਸਾਹੋ ਹਮਾਰਾ ਤੂੰ ਧਣੀ, ਜੈਸੀ ਤੂੰ ਰਾਸ ਦੇਹੇ ਤੈਸੀ ਹਮ ਲੇਹੇ। ਹਰ ਨਾਮ ਵਣੰਜਹਿ ਰੰਗ ਸਿਉ, ਜੇ ਆਪ ਦਇਆਲ ਹੋਏ ਦੇਹੇ। हे ਪ੍ਰਮਾਤਮਾ, हे ਮੇਰੇ ਮਾਲਕ, ਤੂੰ ਸਾਡਾ तमाम ਜੀਵਾਂ ਦਾ ਧਣੀ ਹੈ। ਜੇ ਧਣੀ ਦਾ ਅਰਥ ਪੰਜਾਬੀ ਭਾਸ਼ਾ ਵਿੱਚ ਕਰੀਏ ਤੇ ਇਹਦਾ ਮਾਇਨਾ ਬਣੇਗਾ ਧਨਵਾਨ, ਅਮੀਰ, ਦੌਲਤਮੰਦ, ਧਣੀ ਬੰਦਾ। ਲੇਕਿਨ ਜੇ ਧਣੀ ਸ਼ਬਦ ਦਾ ਅਰਥ ਗੁਜਰਾਤੀ ਭਾਸ਼ਾ ਦੇ ਵਿੱਚ ਕਰੀਏ ਤੇ ਇਸ ਦਾ ਅਰਥ ਹੈ ਪਤੀ। ਗੁਰੂ ਸਾਹਿਬ ਇੱਥੇ ਧਣੀ ਜਿਸ ਅਰਥਾਂ ਵਿੱਚ ਕਹਿੰਦੇ ਨੇ ਉਹਦਾ ਭਾਵ ਹੈ ਪਤੀ। ਸਾਹੋ ਹਮਾਰਾ ਤੂੰ ਧਣੀ। हे ਪਤੀ ਪਰਮੇਸ਼ਰ ਵਾਹਿਗੁਰੂ ਜੀ, ਤੂੰ ਸਾਡਾ तमाम ਜੀਵਾਂ ਦਾ ਸ਼ਾਹੂਕਾਰ ਹੈ। ਜੈਸੀ ਤੂੰ ਰਾਸ ਦੇਹੇ ਤੈਸੀ ਹਮ ਲੇਹੇ। ਜਿਹੋ ਜਿਹੀ ਪੂੰਜੀ ਤੂੰ ਸਾਨੂੰ ਜੀਵਾਂ ਨੂੰ ਬਖਸ਼ਿਸ਼ ਕਰੇਗਾ, ਉਹੀ ਪੂੰਜੀ ਅਸੀਂ ਆਪਣੇ ਪੱਲੇ ਬੰਨ੍ਹ ਸਕਦੇ ਹਾਂ। ਹਰ ਨਾਮ ਵਣੰਜਹਿ ਰੰਗ ਸਿਉ, ਜੇ ਆਪ ਦਇਆਲ ਹੋਏ ਦੇਹੇ। ਮੇਰਾ ਜੀ ਬਹੁਤ ਕਰਦਾ ਹੈ ਕਿ ਨਾਮ ਰੂਪੀ ਵਣਜ ਵਪਾਰ ਨੂੰ ਆਪਣੇ ਪੱਲੇ ਬੰਨਾਂ, ਪਰੰਤੂ हे ਵਾਹਿਗੁਰੂ, ਜੇਕਰ ਤੁਸੀਂ ਕਿਰਪਾ ਕਰਕੇ ਦਇਆਲਤਾ ਕਰਕੇ ਨਾਮ ਦੀ ਪੂੰਜੀ ਬਖਸ਼ਿਸ਼ ਕਰੋਗੇ, ਤਾਂ ਹੀ ਇਹ ਨਾਮ ਰੂਪੀ ਸੌਦਾ ਅਸੀਂ ਵਿਹਾਜ ਸਕਦੇ ਹਾਂ, ਨਾਮ ਦਾ ਲਾਹਾ ਖੱਟ ਸਕਦੇ ਹਾਂ। ਹਰ ਨਾਮ ਵਣੰਜਹਿ ਰੰਗ ਸਿਉ, ਜੇ ਆਪ ਦਇਆਲ ਹੋਏ ਦੇ। ਜੇਕਰ ਤੂੰ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦੇਵੇਂ। ਹਮ ਵਣਜਾਰੇ ਨਾਮ ਕੇ, ਹਰ ਵਣਜ ਕਰਾਵੇ ਦੇ ਰਾਸ ਰੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਹਨ, हे ਵਾਹਿਗੁਰੂ, ਅਸੀਂ ਤੇਰਾ ਨਾਮ ਰੂਪੀ ਸੌਦਾ ਖੱਟਣ ਦੇ ਵਪਾਰੀ ਹਾਂ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸਾਹਿਬ ਕਹਿੰਦੇ ਜਿਹੜਾ ਨਾਮ ਦਾ ਵਪਾਰ ਕਰਨ ਵਾਲਾ ਸੱਚਾ ਵਪਾਰੀ ਹੈ, ਜਦੋਂ ਉਹਦੇ ਹੱਥ ਨਾਮ ਰੂਪੀ ਹੀਰਾ ਲੱਗਦਾ, ਫਿਰ ਦੁਨਿਆਵੀ ਦੌਲਤ ਦਾ ਮੋਹ ਛੁੱਟ ਜਾਂਦਾ ਹੈ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤਹੁ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਦੁਨੀਆ ਵਿੱਚ ਹਰ ਬੰਦਾ ਵਪਾਰ ਕਰਦਾ ਹੈ, ਕੋਈ ਪਿੱਤਲ ਦਾ, ਕੋਈ ਤਾਂਬੇ ਦਾ, ਤੇ ਇਸੇ ਪ੍ਰਕਾਰ ਕੋਈ ਲੌਂਗ ਸਪਾਰੀਆਂ ਦਾ ਵਪਾਰ ਕਰਦਾ ਹੈ। ਲੇਕਿਨ ਸੰਤਹੁ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸਾਡੀ ਪੂੰਜੀ ਹੈ ਪਰਮੇਸ਼ਰ ਦਾ ਨਾਮ, ਤੇ ਸੰਤ ਜਨਾਂ ਨੇ ਇਹੀ ਨਾਮ ਹੀ ਵਿਹਾਜਿਆ ਹੈ। ਹਮ ਵਣਜਾਰੇ ਨਾਮ ਕੇ, ਹਰ ਵਣਜ ਕਰਾਵੇ ਦੇ ਰਾਸ ਰੇ। ਰਹਾਓ। ਤੋ ਗਰੀਬ ਨਵਾਜ ਪਾਤਸ਼ਾਹ ਰਹਾਓ ਤੋਂ ਅਗਲੀਆਂ ਤੁਕਾਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਹੋਰ ਵਣਜ ਕਰਹਿ ਵਪਾਰੀਏ, ਅਨੰਤ ਤਰੰਗੀ ਦੁਖ ਮਾਇਆ। ਓਏ ਜਿਹੈ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ। ਸੱਚੇ ਨਾਮ ਦੀ ਵਸਤੂ ਦਾ ਵਪਾਰ ਕਰਨ ਤੋਂ ਬਗੈਰ ਕੁਝ ਮਾਇਆ ਧਾਰੀ ਲੋਕ ਮਾਇਆ ਦਾ ਹੀ ਵਪਾਰ ਸਾਰੀ ਉਮਰ ਕਰਦੇ ਨੇ। ਹੋਰ ਵਣਜ ਕਰਹਿ ਵਪਾਰੀਏ, ਭਾਵ ਕਈ ਵਪਾਰੀ ਨਾਮ ਤੋਂ ਇਲਾਵਾ ਹੋਰ ਵਣਜ ਵਪਾਰ ਵੀ ਕਰਦੇ ਨੇ।
ਅਨੰਤ ਤਰੰਗੀ ਦੁੱਖ ਮਾਇਆ, ਦੁੱਖ ਰੂਪ ਮਾਇਆ ਦਾ ਵਪਾਰ ਜੋ ਬਹੁਤ ਰੰਗਾਂ ਵਾਲੀ ਹੈ। ਉਹ ਜਿਹਾ ਵਣਜ ਹਰ ਲਾਇਆ, ਫਲ ਤੇਹਾ ਤਿਨ ਪਾਇਆ। ਉਹਨਾਂ ਦਾ ਵੀ ਕੋਈ ਕਸੂਰ ਨਹੀਂ, ਰੱਬ ਨੇ ਜਿਹੜੇ ਵਪਾਰ ਵਿੱਚ ਲਗਾ ਦਿੱਤਾ ਉਸੇ ਵਪਾਰ ਵਿੱਚ ਹੀ ਲੱਗ ਗਏ। ਹਰ ਹਰ ਨਾਮ ਦਇਆਲ ਹੈ, ਜਿਸ ਕਿਰਪਾਲ ਹੋਏ ਪ੍ਰਭ ਦੇਈ। ਜਨ ਨਾਨਕ ਸਾਹੋ ਹਰ ਸੇਵਿਆ, ਫਿਰ ਲੇਖਾ ਮੂਲ ਨਾ ਲਈ। ਮੇਰਾ ਵਾਹਿਗੁਰੂ ਕਿਰਪਾਲੂ ਦਿਆਲੂ ਹੈ, ਜਿਸ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਰੂਪੀ ਵਖਰ ਦੀ ਬਖਸ਼ਿਸ਼ ਕਰਦਾ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਫਿਰ ਲੋਕ ਪਰਲੋਕ ਵਿੱਚ ਉਹਦੇ ਪਾਸੋਂ ਲੇਖਾ ਨਹੀਂ ਲਿਆ ਜਾਂਦਾ। ਪਰਲੋਕ ਵਿੱਚ ਜਮਦੂਤ ਵੀ ਉਸ ਸਿੱਖ ਦੇ ਕੋਲੋਂ ਕੋਈ ਲੇਖਾ ਨਹੀਂ ਲੈਣਗੇ ਜਿਹੜਾ ਸਿੱਖ ਗੁਰੂ ਦੀ ਬਖਸ਼ਿਸ਼ ਦੁਆਰਾ ਸੱਚੇ ਨਾਮ ਦਾ ਵਖਰ ਇਕੱਤਰ ਕਰਦਾ ਹੈ। ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜਿਹੜੇ ਰਸਤੇ ਤੇ ਲਾਲਚੀ ਜਮਦੂਤ ਡੰਨ ਲਾਉਣ ਵਾਸਤੇ ਬੈਠੇ ਨੇ, ਰਾਹ ਰੋਕ ਕੇ ਬੈਠੇ ਨੇ, ਤੇ ਸਕਾਮ ਕਰਮਾਂ ਰੂਪੀ ਜਿੰਨੀ ਦੌਲਤ ਜੀਵ ਨੇ ਇਕੱਤਰ ਕੀਤੀ ਹੈ, ਇਸ ਦੌਲਤ ਨੂੰ ਜਮਦੂਤ ਰਸਤੇ ਵਿੱਚ ਹੀ ਖੋਹ ਲੈਂਦੇ ਨੇ। ਕਿਉਂਕਿ ਪੈਂਡਾ ਬੜਾ ਲੰਬੇਰਾ ਹੈ ਤੇ ਪੈਂਡਾ ਬੜਾ ਔਖਾ ਹੈ। ਗੁਰੂ ਸਾਹਿਬ ਕਿਰਪਾ ਕਰਦੇ ਨੇ ਕਿ ਜਿਸ ਵਿਅਕਤੀ ਦੇ ਹਿਰਦੇ ਵਿੱਚ ਨਾਮ ਰੂਪੀ ਵਖਰ ਵਸ ਗਿਆ, ਉਸ ਨੂੰ ਜਮਾਂ ਦੇ ਰਸਤਿਓਂ ਲੰਘਣਾ ਹੀ ਨਹੀਂ ਪੈਂਦਾ। ਗੁਰ ਇਤਿਹਾਸ ਦੀ ਸਾਖੀ ਹੈ ਕਿ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਸੀ, ਉਦੋਂ ਬਟਾਲੇ ਦਾ ਰਹਿਣ ਵਾਲਾ ਪੰਡਿਤ ਨਿਤਾਨੰਦ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਆਪ ਜੀ ਦੇ ਦਰਬਾਰ ਵਿੱਚ ਗਰੁੜ ਪੁਰਾਣ ਦੀ ਕਥਾ ਕਰ ਸਕਦਾ ਹਾਂ। ਗੁਰੂ ਸਾਹਿਬ ਦਾ ਹਿਰਦਾ ਬੜਾ ਉਦਾਰ ਚਿੱਤ ਸੀ, ਬੜੇ ਖੁੱਲ੍ਹ ਦਿਲੇ ਸਨ। ਸਤਿਗੁਰਾਂ ਨੇ ਆਪਣੀ ਉਦਾਰਤਾ ਨਾਲ ਨਿਤਾਨੰਦ ਪੰਡਿਤ ਨੂੰ ਗਰੁੜ ਪੁਰਾਣ ਦੀ ਕਥਾ ਕਰਨ ਦੀ ਆਗਿਆ ਦੇ ਦਿੱਤੀ। ਤੇ ਉਸ ਕਥਾ ਦੇ ਵਿੱਚ ਜਦੋਂ ਇਹ ਵਿਚਾਰ ਆਈ ਕਿ ਮੌਤ ਤੋਂ ਬਾਅਦ ਜਮ ਮਾਰਗ ਲੰਘਣ ਵਾਸਤੇ 1 ਸਾਲ ਲੱਗਦਾ ਹੈ, ਤੇ ਇੱਕ ਸਿੱਖ ਨੇ ਵਿੱਚੋਂ ਉੱਠ ਕੇ ਆਖਿਆ ਕਿ 1 ਸਾਲ ਦਾ ਸਮਾਂ ਤੇ ਬੜਾ ਜ਼ਿਆਦਾ ਹੈ, ਜੇ ਗੁਰੂ ਕਿਰਪਾ ਕਰੇ ਤੇ ਸਾਲਾਂ ਦਾ ਸਮਾਂ ਕੁਝ ਪਹਿਰਾਂ ਦੇ ਵਿੱਚ ਹੀ ਬਤੀਤ ਹੋ ਸਕਦਾ ਹੈ। ਦੂਸਰਾ ਸਿੱਖ ਉੱਠ ਕੇ ਕਹਿਣ ਲੱਗਾ, ਨਹੀਂ, ਪਹਿਰ ਵੀ ਬੜੇ ਜ਼ਿਆਦੇ ਨੇ, ਜੇ ਗੁਰੂ ਕਿਰਪਾ ਕਰੇ ਤੇ ਪਹਿਰਾਂ ਵਿੱਚ ਲੰਘਿਆ ਜਾਣ ਵਾਲਾ ਸਮਾਂ ਘੜੀਆਂ ਵਿੱਚ ਬਤੀਤ ਹੋ ਜਾਵੇਗਾ। ਤੇ ਚੌਥਾ ਸਿੱਖ ਬੜਾ ਸਿਦਕੀ ਭਾਵਨਾ ਵਾਲਾ ਉੱਠਿਆ। ਉਸ ਭਾਵਨਾ ਵਾਲੇ ਸਿੱਖ ਨੇ ਉੱਠ ਕੇ ਪ੍ਰੇਮ ਵਿੱਚ ਭਿੱਜ ਕੇ ਆਖਿਆ ਕਿ ਤੁਸੀਂ ਆਪਣੇ ਮਨ ਦੀਆਂ ਦਲੀਲਾਂ ਛੱਡੋ। ਕੋਈ ਆਖਦਾ ਪਹਿਰਾਂ ਵਿੱਚ, ਕੋਈ ਆਖਦਾ ਘੜੀਆਂ ਵਿੱਚ, ਕੋਈ ਆਖਦਾ ਪਲਾਂ ਵਿੱਚ ਰਸਤਾ ਤੈਅ ਕਰ ਲਵਾਂਗੇ, ਪਰ ਅਸਲ ਵਿੱਚ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਫਿਰ ਜਮਾਂ ਦੇ ਮਾਰਗ ਤੋਂ ਸਿੱਖ ਨੂੰ ਲੰਘਣਾ ਹੀ ਨਹੀਂ ਪੈਂਦਾ। ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਤੁਸੀਂ ਆਪਦੇ ਮਨ ਦਾ ਤੌਖਲਾ ਦੂਰ ਕਰ ਦਿਓ ਕਿ ਅਸੀਂ ਕਿੰਨੇ ਪਹਿਰਾਂ ਜਾਂ ਕਿੰਨੀਆਂ ਘੜੀਆਂ ਦੇ ਵਿੱਚ ਸਫ਼ਰ ਲੰਘਾਵਾਂਗੇ, ਸਗੋਂ ਗੁਰੂ ਤੇ ਓਟ ਰੱਖੋ। ਗੁਰੂ ਤੁਹਾਨੂੰ ਜਮਾਂ ਦੇ ਮਾਰਗ ਤੇ ਜਾਣ ਹੀ ਨਹੀਂ ਦੇਵੇਗਾ। ਮਨਮੁਖਾਂ ਦਾ ਰਸਤਾ ਜੇ ਦੁਨੀਆ ਵਿੱਚ ਹੋਰ ਹੈ ਤੇ ਮਨਮੁਖਾਂ ਦਾ ਰਸਤਾ ਪਰਲੋਕ ਵਿੱਚ ਵੀ ਹੋਰ ਹੈ। ਭਗਤਾਂ ਦਾ ਰਸਤਾ ਜਿੱਥੇ ਦੁਨੀਆ ਵਿੱਚ ਸੰਸਾਰ ਨਾਲੋਂ ਅਲੱਗ ਹੈ, ਉੱਥੇ ਪਰਲੋਕ ਨੂੰ ਜਾਣ ਵਾਸਤੇ ਵੀ ਸੰਤਾਂ ਭਗਤਾਂ ਦਾ ਰਸਤਾ ਅਲੱਗ ਹੈ। ਜਹ ਲਾਲਚ ਜਾਗਾਤੀ ਘਾਟ, ਦੂਰ ਰਹੀ ਉਹ ਜਨ ਤੇ ਬਾਟ। ਜੇ ਤਾ ਉਮਰ ਸੰਸਾਰੀ ਅਤੇ ਸੰਤ ਦੇ ਵਿੱਚ ਕਦੇ ਜੋੜ ਨਹੀਂ ਰਲਦਾ,
ਤੇ ਫਿਰ ਪਰਲੋਕ ਦੇ ਮਾਰਗ ਤੇ ਵੀ ਸੰਤ ਤੇ ਸੰਸਾਰੀ ਵਿੱਚ ਕੋਈ ਜੋੜ ਨਹੀਂ ਬੈਠਦਾ। ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀ ਅਤੇ ਭਗਤ ਦਾ ਕਦੇ ਆਪਸ ਵਿੱਚ ਜੋੜ ਨਹੀਂ ਰਲਦਾ, ਭਾਵ ਕਿ ਕਦੇ ਵੀ ਇਹਨਾਂ ਦਾ ਬਰ ਨਹੀਂ ਮਿਚਦਾ। ਦੋਵਾਂ ਦਾ ਰਸਤਾ ਅੱਡਰਾ ਅੱਡਰਾ ਹੈ। ਤੋ ਗੁਰੂ ਸਾਹਿਬ ਇਸ ਕਰਕੇ ਕਿਰਪਾ ਕਰਦੇ ਨੇ ਕਿ ਹੋਰ ਵਣਜ ਕਰਹਿ ਵਾਪਾਰੀਏ, ਅਨੰਤ ਤਰੰਗੀ ਦੁਖ ਮਾਇਆ। ਓਏ ਜਿਹੈ ਵਣਜ ਹਰ ਲਾਇਆ, ਫਲ ਦੇਹਾ ਤਿਨ ਪਾਇਆ। ਮਾਇਆ ਦਾ ਵਪਾਰ ਕਰਨ ਵਾਲੇ ਸੁਦਾਗਰ ਭਾਵੇਂ ਤਾਂ ਉਮਰ ਬੜੀ ਮਿਹਨਤ ਤੇ ਕੋਸ਼ਿਸ਼ ਕਰਕੇ ਧਨ ਇਕੱਤਰ ਕਰਦੇ ਨੇ, ਪਰ ਸਾਰੀ ਉਮਰ ਇਕੱਠਾ ਕੀਤਾ ਹੋਇਆ ਧਨ ਅਖੀਰ ਨੂੰ ਧਰਿਆ ਧਰਾਇਆ ਹੀ ਰਹਿ ਜਾਂਦਾ ਹੈ ਤੇ ਜੀਵ ਸਭ ਕੁਝ ਛੱਡ ਕੇ ਚਾਲੇ ਪਾ ਜਾਂਦਾ ਹੈ। ਜੋ ਧਨ ਇਕੱਤਰ ਕੀਤਾ ਹਜੂਰ ਕਹਿੰਦੇ ਸਭ ਦੁਨੀਆ ਤੇ ਇੱਥੇ ਹੀ ਰਹਿ ਜਾਂਦਾ। ਪਰਿਵਾਰ, ਰਿਸ਼ਤੇਦਾਰ ਤੇ ਸੰਬੰਧੀਆਂ ਦੇ ਵਿੱਚ ਵੰਡਿਆ ਜਾਂਦਾ ਹੈ। ਤਾਂ ਕਰਕੇ ਗੁਰੂ ਸਾਹਿਬ ਨੇ ਬੜੀ ਚੋਟ ਮਾਰ ਕੇ ਇਹ ਸ਼ਬਦ, ਹਿਰਦੇ ਵੇਦਕ ਸ਼ਬਦ ਇਹ ਉਚਾਰਨ ਕੀਤੇ ਸੀ ਕਿ ਕਿਛ ਖਾਜੈ ਕਿਛ ਧਰ ਜਾਈਐ, ਜੇ ਬਾਹੁੜ ਦੁਨੀਆ ਆਈਐ। ਸੱਜ ਕਾਇਆ ਪਟ ਹੰਢਾਏ, ਫੁਰਮਾਇਸ ਬਹੁਤ ਚਲਾਏ। ਕਰ ਸੇਜ ਸੁਖਾਲੀ ਸੋਵੈ, ਹੱਥੀ ਪੌਦੀ ਕਾਹੇ ਰੋਵੈ। ਘਰ ਘੁੰਮਣ ਵਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ। ਭਉ ਬੇੜਾ ਜਿਉ ਚੜਾਊ, ਕਹੋ ਨਾਨਕ ਦੇਵੈ ਕਾਹੂ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜੇਕਰ ਬੰਦੇ ਨੇ ਦੁਨੀਆ ਤੇ ਦੁਬਾਰਾ ਮੁੜ ਕੇ ਆਉਣਾ ਹੋਵੇ, ਫਿਰ ਆਪਣੀ ਇਕੱਤਰ ਕੀਤੀ ਮਾਇਆ ਨੂੰ ਕੁਝ ਖਰਚ ਲਵੇ ਤੇ ਕੁਛ ਕਮਾਇਆ ਨੂੰ ਸਾਂਭ ਕੇ ਬੈਂਕਾਂ ਦੇ ਵਿੱਚ ਹੀ ਪਈ ਰਹਿਣ ਦੇਵੇ। ਕਿਛ ਖਾਜੈ ਕਿਛ ਧਰ ਜਾਈਐ, ਜੇ ਬਾਹੁੜ ਦੁਨੀਆ ਆਈਐ। ਜੇ ਮੁੜ ਕੇ ਦੁਬਾਰਾ ਇਸ ਦੁਨੀਆ ਤੇ ਚਰਨ ਪਾਉਣੇ ਹੋਣ, ਤਾਂ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਭਾਈ ਸੱਚੇ ਨਾਮ ਦਾ ਵੱਖਰ, ਸੱਚੇ ਨਾਮ ਦਾ ਸੌਦਾ ਹੀ ਸਭ ਤੋਂ ਉੱਤਮ ਹੈ। ਜਿਨ੍ਹਾਂ ਨੇ ਇਹ ਵਪਾਰ ਕੀਤਾ ਉਹ ਲੋਕ ਪਰਲੋਕ ਦੇ ਵਿੱਚ ਪਤ ਇੱਜ਼ਤ ਵਾਲੇ ਬਣ ਗਏ। ਵਣਜ ਕਰਹੁ ਵਣਜਾਰਿਹੁ। ਹੇ ਵਪਾਰ ਕਰਨ ਵਾਲੇ ਵਪਾਰੀਓ, ਭਾਵ ਹੇ ਪ੍ਰਾਣੀ ਮਾਤਰ, ਹੇ ਜੀਵ, ਤੂੰ ਧਰਤੀ ਦੇ ਉੱਪਰ ਵਪਾਰ ਕਰਨ ਵਾਸਤੇ ਆਇਆ ਹੈ, ਪਰ ਵੱਖਰ ਲਿਹੋ ਸੰਭਾਲ। ਜੋ ਵਪਾਰ ਕੀਤਾ ਹੈ ਨਾਮ ਦਾ, ਉਸ ਨੂੰ ਸੰਭਾਲ ਕੇ ਰੱਖ, ਕਿਧਰੇ ਗਵਾਚਣ ਨਾ ਦੇਵੀਂ। ਕਿਉਂਕਿ ਇਹ ਨਾਮ ਰੂਪੀ ਖਜ਼ਾਨਾ ਜੇ ਹੰਕਾਰ ਕਰੇਗਾ, ਫਿਰ ਇਹ ਤੇਰੇ ਪਾਸੋਂ ਚਲਾ ਜਾਵੇਗਾ, ਤੇਰੇ ਕੋਲ ਨਹੀਂ ਰਹੇਗਾ। ਇਸ ਕਰਕੇ ਵਸਤੂ ਨੂੰ ਸੰਭਾਲ ਕੇ ਰੱਖ। ਤੈਸੀ ਵਸਤ ਵਿਸਾਹੀਐ, ਜੈਸੀ ਨਿਭੈ ਨਾਲ। ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਤੈਸੀ ਵਸਤ ਵਿਸਾਹੀਐ, ਉਹੀ ਵਸਤੂ ਖਰੀਦਣੀ ਚਾਹੀਦੀ ਹੈ। ਵਿਸਾਹੀਐ ਦਾ ਅਰਥ ਹੈ ਖਰੀਦਣਾ। ਜੈਸੀ ਨਿਭੈ ਨਾਲ, ਜਿਹੜੀ ਵਸਤੂ ਪਰਲੋਕ ਦੇ ਰਸਤੇ ਵਿੱਚ ਵੀ ਨਾਲ ਨਿਭ ਜਾਵੇ, ਭਾਵ ਜਿਹੜੀ ਓੜਕ ਤੱਕ ਤੇਰਾ ਸਾਥ ਦੇਵੇ। ਮਾਇਆ ਨੇ ਹਮੇਸ਼ਾ ਸਾਥ ਨਹੀਂ ਦੇਣਾ, ਇਹ ਗੁਰੂ ਸਾਹਿਬ ਨੇ ਇਸ਼ਾਰੇ ਮਾਤਰ ਸਮਝਾਇਆ ਹੈ ਕਿ ਜੋ ਮਾਇਆ ਤੈਨੂੰ ਅੱਧ ਵਾਟੇ ਹੀ ਛੱਡ ਜਾਵੇਗੀ, ਇਸ ਮਾਇਆ ਨੂੰ ਇਕੱਤਰ ਕਰਨ ਦਾ ਕੀ ਲਾਭ ਹੈ। ਕਿਉਂਕਿ ਵਿਦਵਾਨਾਂ ਨੇ ਜੀਵ ਦੇ 3 ਮਿੱਤਰ ਮੰਨੇ ਨੇ, ਸੰਬੰਧੀ, ਮਾਇਆ ਸੰਬੰਧੀ ਤੇ ਕਰਮ। ਮਾਇਆ ਦੀ ਦੋਸਤੀ ਉਦੋਂ ਤੱਕ ਹੈ ਜਦੋਂ ਤੱਕ ਸਰੀਰ ਵਿੱਚ ਸਵਾਸ ਨੇ। ਭਾਵੇਂ ਹਸਪਤਾਲ ਵਿੱਚ ਬੰਦਾ ਦਾਖਲ ਵੀ ਹੋਵੇ, ਪਰ ਇਲਾਜ ਚੱਲ ਰਿਹਾ ਹੈ ਤੇ ਸਮਝੋ ਅਜੇ ਮਾਇਆ ਦੀ ਦੋਸਤੀ ਨਿਭ ਰਹੀ ਹੈ। ਜਿਸ ਮਾਇਆ ਨੂੰ ਸਾਂਭ ਕੇ ਇਕੱਤਰ ਕਰਕੇ ਰੰਗ ਲਾ ਕੇ ਰੱਖਿਆ, ਗਰੀਬ ਨਵਾਜ ਕਹਿੰਦੇ ਨੇ, ਉਹ ਮਾਇਆ ਦੋਸਤੀ ਨਿਭਾਉਂਦੀ ਹੈ, ਸਾਥ ਦਿੰਦੀ ਹੈ, ਇਲਾਜ ਚੱਲਦਾ ਹੈ, ਪਰੰਤੂ ਸਿਰਫ ਉਦੋਂ ਤੱਕ ਜਦੋਂ ਤੱਕ ਸਰੀਰ ਵਿੱਚ ਸਵਾਸ ਨੇ।
ਜਦੋਂ ਭੌਰ ਉਡਾਰੀ ਮਾਰ ਗਿਆ, ਸਭ ਤੋਂ ਪਹਿਲਾਂ ਮਾਇਆ ਨੇ ਇੱਕ ਪਾਸੇ ਹੋ ਕੇ ਖੜ ਜਾਣਾ ਕਿ ਅੱਜ ਤੋਂ ਬਾਅਦ ਮੇਰਾ ਇਸ ਬੰਦੇ ਨਾਲ ਕੋਈ ਨਾਤਾ ਨਹੀਂ। ਖਸਮ ਮਰੈ ਤਉ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਰਖਵਾਰੇ ਕਾ ਹੋਏ ਬਿਨਾਸ਼, ਆਗੈ ਨਰਕ ਇਹਾਂ ਭੋਗ ਬਿਲਾਸ। ਹਾਲਾਂਕਿ ਦੁਨੀਆ ਦਾ ਇਹ ਕਰਤੱਵ ਹੈ, ਦੁਨੀਆ ਦਾ ਇਹ ਨਿਯਮ ਹੈ ਕਿ ਜਦੋਂ ਪਤੀ ਦੀ ਮੌਤ ਹੋ ਜਾਵੇ, ਪਤਨੀ ਪਿੱਠ ਸਿਆਪਾ ਕਰਦੀ ਹੈ, ਰੋਂਦੀ ਕੁਰਲਾਉਂਦੀ ਹੈ ਕਿ ਮੇਰੇ ਸਿਰ ਦਾ ਸਾਈਂ ਮੈਨੂੰ ਦੁਨੀਆ ਦੇ ਜੀਵਨ ਸਫ਼ਰ ਦੇ ਵਿੱਚ ਅੱਧ ਵਾਟੇ ਛੱਡ ਕੇ ਚਲਾ ਗਿਆ ਹੈ, ਹੁਣ ਮੈਂ ਕਿਵੇਂ ਆਪਣਾ ਜੀਵਨ ਗੁਜ਼ਾਰਾਂਗੀ। ਪਰ ਹਜੂਰ ਕਹਿੰਦੇ ਮਾਇਆ ਦੇ ਮਾਮਲੇ ਵਿੱਚ ਇਹ ਅਸੂਲ ਬਿਲਕੁਲ ਬਦਲ ਜਾਂਦਾ ਹੈ। ਪ੍ਰਤੱਖ ਪਤੀ ਪਤਨੀ ਦੇ ਵਿੱਚ ਪ੍ਰੇਮ ਹੋਵੇ ਤੇ ਜਦੋਂ ਪਤੀ ਚੜ੍ਹਾਈ ਕਰਦਾ ਹੈ, ਪਤਨੀ ਰੋਂਦੀ ਹੈ। ਪਰ ਮਾਇਆ ਜਿਸ ਨੂੰ ਰੰਗ ਲਾ ਕੇ ਸਾਂਭ ਕੇ ਪ੍ਰੇਮ ਨਾਲ ਬੰਦੇ ਨੇ ਰੱਖਿਆ, ਜਦੋਂ ਜੀਵ ਚੜ੍ਹਾਈ ਕਰਦਾ ਹੈ, ਮਾਇਆ ਕਦੇ ਨਹੀਂ ਰੋਂਦੀ। ਤੇ ਗੁਰੂ ਸਾਹਿਬ ਕਹਿੰਦੇ ਨੇ, ਕਿਸੇ ਨੇ ਮਾਇਆ ਨੂੰ ਸਵਾਲ ਕਰ ਦਿੱਤਾ ਕਿ ਆਖਰ ਤੈਨੂੰ ਤੇਰੇ ਮਾਲਕ ਨੇ ਬੜਾ ਸਾਂਭ ਕੇ ਤੇ ਬਹੁਤ ਮਿਹਨਤ ਨਾਲ ਕਮਾ ਕੇ ਰੱਖਿਆ ਸੀ, ਉਹਦੇ ਜਾਣ ਤੇ ਤੇਰੀ ਅੱਖ ਵਿੱਚ ਇੱਕ ਵੀ ਅਥਰੂ ਨਹੀਂ ਆਇਆ, ਇਹਦਾ ਕਾਰਨ ਕੀ ਹੈ? ਤੇ ਮਾਇਆ ਨੇ ਮੁਸਕਰਾ ਕੇ ਜਵਾਬ ਦਿੱਤਾ ਕਿ ਮੈਨੂੰ ਰੋਣ ਦੀ ਲੋੜ ਕੀ ਹੈ, ਕਿਉਂਕਿ ਇੱਕ ਮਾਲਕ ਨੇ ਮੈਨੂੰ ਛੱਡਿਆ ਤੇ 20 ਮਾਲਕ ਬਣਨ ਵਾਸਤੇ ਤਿਆਰ ਹੋ ਗਏ। ਰੋਵਾਂ ਤੇ ਤਾਂ ਜੇ ਮੈਨੂੰ ਅੱਗੇ ਕੋਈ ਸਾਂਭਣ ਵਾਲਾ ਨਾ ਹੋਵੇ, ਉਸ ਰਖਵਾਰਾ ਔਰੋ ਹੋਵੇ, ਉਸ ਦਾ ਰਖਵਾਲਾ ਕੋਈ ਹੋਰ ਬਣ ਜਾਂਦਾ ਹੈ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਧਨ ਦੀ ਮਿੱਤਰਤਾ ਸਿਰਫ ਉਦੋਂ ਤੱਕ ਹੈ ਜਦੋਂ ਤੱਕ ਸਰੀਰ ਵਿੱਚ ਸਵਾਸ ਹਨ। ਦੂਸਰੇ ਮਿੱਤਰ ਨੇ ਸੰਬੰਧੀ, ਉਹਨਾਂ ਦੀ ਮਿੱਤਰਤਾ ਉਦੋਂ ਤੱਕ ਹੈ ਜਦੋਂ ਤੱਕ ਚਿਖਾ ਤੇ ਰੱਖ ਕੇ ਸੰਸਕਾਰ ਨਹੀਂ ਕਰ ਦਿੱਤਾ ਜਾਂਦਾ। ਸੰਸਕਾਰ ਕਰਨ ਤੋਂ ਬਾਅਦ ਉਹ ਵੀ ਅਕਸਰ ਆਖ ਦਿੰਦੇ ਨੇ ਕਿ ਜੱਤਰ ਆਇਆ ਤੱਤਰ ਗਸ਼ਤੀ, ਜਿੱਧਰੋਂ ਆਇਆ ਸੀ ਉਧਰ ਨੂੰ ਚਲੇ ਗਿਆ, ਅੱਜ ਤੋਂ ਬਾਅਦ ਇਹਦਾ ਤੇ ਸਾਡਾ ਕੋਈ ਆਪਸੀ ਸੰਬੰਧ ਨਹੀਂ। ਤੇ ਕਈ ਪ੍ਰਕਾਰ ਦੀ ਕਿਰਿਆ ਵੀ ਕਰਵਾਈ ਜਾਂਦੀ ਹੈ ਕਿ ਕਿਤੇ ਇਹ ਜੀਵ, ਕਿਤੇ ਇਹਦੀ ਆਤਮਾ ਮੁੜ ਕੇ ਘਰ ਵਿੱਚ ਨਾ ਆ ਜਾਵੇ। ਸੰਬੰਧੀਆਂ ਦੀ ਮਿੱਤਰਤਾ, ਸੰਬੰਧੀਆਂ ਦੀ ਨੇੜਤਾ ਵੀ ਉਸ ਦਿਨ ਖਤਮ ਹੋ ਗਈ। ਹੁਣ ਜਦੋਂ ਦੋ ਮਿੱਤਰ ਦਗਾ ਦੇ ਜਾਂਦੇ ਨੇ, ਦੋ ਮਿੱਤਰ ਪਿੱਛੇ ਰਹਿ ਜਾਂਦੇ ਨੇ, ਤੇ ਤੀਸਰਾ ਮਿੱਤਰ ਹੈ ਜੀਵ ਦੇ ਕਰਮ। ਕਰਮ ਐਸੇ ਮਿੱਤਰ ਨੇ ਜੋ ਪਰਲੋਕ ਦੇ ਵਿੱਚ ਵੀ ਨਾਲ ਜਾਂਦੇ ਨੇ। ਤੇ ਇਹ ਮਨੁੱਖ ਤੇ ਨਿਰਭਰ ਕਰਦਾ ਹੈ ਕਿ ਇਹਨੇ ਕਿਵੇਂ ਦੇ ਕਰਮ ਕਮਾਏ ਨੇ। ਜਿਹੋ ਜਿਹੇ ਕਰਮ ਹੋਣਗੇ ਉਹੋ ਜਿਹਾ ਲੇਖਾ, ਉਹੋ ਜਿਹਾ ਫਲ ਮਿਲ ਜਾਵੇਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਤਾਂ ਕਰਕੇ ਗੁਰੂ ਸਾਹਿਬ ਕਹਿੰਦੇ ਤੈਸੀ ਵਸਤ ਵਿਸਾਹੀ ਹੈ। ਇਹ ਜੀਵ ਉਹੀ ਵਸਤੂ ਖਰੀਦਣਾ ਕਰ ਜੈਸੀ ਨਿਭੈ ਨਾਲ। ਜਿਹੜੀ ਵਸਤੂ ਤੇਰੇ ਨਾਲ ਨਿਭ ਜਾਵੇ, ਭਾਵ ਪਰਲੋਕ ਵਿੱਚ ਵੀ ਤੇਰੀ ਸਾਥੀ ਬਣੇ। ਅੱਗੇ ਸਾਹੂ ਸੁਜਾਨ ਹੈ, ਲੈਸੀ ਵਸਤ ਸੰਭਾਲ। ਅੱਗੇ ਭਾਵ ਪਰਲੋਕ ਦੇ ਵਿੱਚ ਲੇਖਾ ਲੈਣ ਵਾਲਾ ਵਾਹਿਗੁਰੂ, ਸੁਜਾਨ ਕਹੀਏ ਬੜਾ ਸਿਆਣਾ ਸੁਘੜ ਸਰੂਪ ਹੈ। ਉਹ ਲੇਖੇ ਦੇ ਵਿੱਚ ਜਰਾ ਜਿੰਨੀ ਵੀ ਕਿਸੇ ਪ੍ਰਕਾਰ ਦੀ ਵਾਧ ਘਾਟ ਨਹੀਂ ਰਹਿਣ ਦਿੰਦਾ। ਉਹਦਾ ਫੈਸਲਾ ਪੂਰੋ ਪੂਰ ਹੈ। ਉਹਦਾ ਫੈਸਲਾ ਬਿਲਕੁਲ ਸੱਚੋ ਸੱਚ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਤੇ ਉਸ ਸੁਘੜ ਸਰੂਪ ਵਾਹਿਗੁਰੂ ਦੇ ਘਰ ਵਿੱਚ ਜਦੋਂ ਤੇਰਾ ਲੇਖਾ ਹੋਵੇਗਾ ਤੇ ਮਹਾਰਾਜ ਕਹਿੰਦੇ ਲੈਸੀ ਵਸਤ ਸੰਭਾਲ। ਉਹ ਤੇਰੇ ਪਾਸੋਂ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰ ਲਵੇਗਾ।
ਕਿਉਂਕਿ ਉਹ ਸ਼ਾਹੂਕਾਰ ਹੈ। ਆਖਰਕਾਰ ਜਾ ਕੇ ਹਰ ਜੀਵ ਨੇ ਉਹਦੇ ਕੋਲ ਹੀ ਲੇਖਾ ਦੇਣਾ ਹੈ ਤੇ ਉਹ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰਕੇ ਤੈਨੂੰ ਆਪਣੇ ਵਿੱਚ ਅਭੇਦ ਕਰ ਲਵੇਗਾ ਅਤੇ ਕੇਵਲ ਮੁਕਤੀ ਦੀ ਦਾਤ ਬਖਸ਼ ਦੇਵੇਗਾ। ਭਾਈ ਰੇ RAM ਕਹੋ ਚਿਤ ਲਾਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਗੁਰਸਿੱਖਾਂ ਨੂੰ ਉਪਦੇਸ਼ ਦੇਣ ਵਾਸਤੇ ਭਾਈ ਸ਼ਬਦ ਵਰਤਦੇ ਨੇ। ਚੇਲਾ ਜਾਂ ਪੋਤਾ ਚੇਲਾ, ਭਤੀਜਾ ਚੇਲਾ, ਇਹ ਲਫ਼ਜ਼ ਸਤਿਗੁਰਾਂ ਨੇ ਨਹੀਂ ਵਰਤੇ, ਬਲਕਿ ਆਪਣੇ ਸਿੱਖਾਂ ਨੂੰ ਵੀ ਉਪਦੇਸ਼ ਦੇਣ ਵਾਸਤੇ ਹਜੂਰ ਨੇ ਭਾਈ ਆਖਿਆ ਹੈ। ਜਦੋਂ ਹਰਿਦੁਆਰ ਦੇ ਪੰਡਤਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਸੀ ਕਿ ਜਿਹੜਾ ਵਿਅਕਤੀ ਤੁਹਾਡੇ ਨਾਲ ਬੜੀ ਸੁੰਦਰ ਰਬਾਬ ਵਜਾਉਂਦਾ ਹੈ, ਇਸ ਰਬਾਬ ਦੇ ਵਿੱਚੋਂ ਸੰਗੀਤ ਦੀਆਂ ਮਧੁਰ ਧੁਨਾਂ ਪੈਦਾ ਹੁੰਦੀਆਂ ਨੇ, ਸਾਰਿਆਂ ਦੇ ਮਨ ਕੀਲੇ ਜਾਂਦੇ ਨੇ, ਇੱਥੋਂ ਤੱਕ ਕਿ ਉੱਡਦੇ ਹੋਏ ਪੰਛੀ ਵੀ ਇੱਕ ਥਾਂ ਤੇ ਟਿਕ ਕੇ ਤੁਹਾਡਾ ਕੀਰਤਨ ਸੁਣਨ ਲੱਗ ਜਾਂਦੇ ਨੇ। ਆਖਰ ਇਹਦੀ ਰਬਾਬ ਦੇ ਵਿੱਚ ਕਿਹੋ ਜਿਹਾ ਜਾਦੂ ਹੈ ਤੇ ਇਹ ਜਾਦੂ ਤੁਸਾਂ ਨੇ ਭਰਿਆ ਹੈ। ਤੇ ਮਹਾਰਾਜ ਕਿਰਪਾ ਕਰਕੇ ਇਹ ਵੀ ਦੱਸੋ ਕਿ ਇਸ ਵਿਅਕਤੀ ਨਾਲ ਤੁਹਾਡਾ ਕੀ ਸੰਬੰਧ ਹੈ? ਤੁਹਾਡਾ ਨੌਕਰ ਹੈ? ਹਜੂਰ ਕਹਿੰਦੇ ਨਹੀਂ। ਫਿਰ ਤੁਹਾਡਾ ਸਿੱਖ ਹੈ? ਸਾਹਿਬ ਕਹਿੰਦੇ ਨਹੀਂ। ਫਿਰ ਇਹ ਤੁਹਾਡਾ ਕੋਈ ਰਿਸ਼ਤੇਦਾਰ ਹੋਵੇਗਾ? ਗੁਰੂ ਸਾਹਿਬ ਕਹਿੰਦੇ ਰਿਸ਼ਤੇਦਾਰ ਵੀ ਨਹੀਂ। ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਾਤ ਦਾ ਵੀ ਮਰਾਸੀ ਹੈ, ਇਹਦਾ ਮਤਲਬ ਕਿ ਰਿਸ਼ਤਾ ਤੇ ਕੋਈ ਇਹਨਾਂ ਦਾ ਆਪਸ ਵਿੱਚ ਹੋ ਨਹੀਂ ਸਕਦਾ, ਕਿਉਂਕਿ ਗੁਰੂ ਜੀ ਦਾ ਜਨਮ ਖੱਤਰੀ ਵੰਸ਼ ਵਿੱਚ ਹੋਇਆ ਹੈ, ਵੇਦੀਆਂ ਦੇ ਵਿੱਚ ਹੋਇਆ ਹੈ। ਇਸ ਕਰਕੇ ਇਹਨਾਂ ਦਾ ਆਪਸੀ ਕੋਈ ਰਿਸ਼ਤਾ ਤੇ ਹੋ ਨਹੀਂ ਸਕਦਾ। ਤੇ ਥੋੜੀ ਜਿਹੀ ਉਹਨਾਂ ਦੇ ਮਨ ਵਿੱਚ ਨਫ਼ਰਤ ਵੀ ਆਈ ਕਿ ਖੱਤਰੀ ਹੋ ਕੇ ਮਰਾਸੀ ਦੇ ਨਾਲ ਸੰਗ ਕਰਦਾ ਹੈ, ਮਰਾਸੀ ਨੂੰ ਆਪਣੇ ਨਾਲ ਰੱਖਦਾ ਹੈ। ਉਹਨਾਂ ਦੇ ਬਾਰ-ਬਾਰ ਪੁੱਛਣ ਤੇ ਵਾਰ-ਵਾਰ ਪੁੱਛਿਆ ਪੰਡਤਾਂ ਨੇ ਕਿ ਦੱਸੋ ਤਾਂ ਸਹੀ ਕਿ ਤੁਹਾਡਾ ਤੇ ਮਰਦਾਨੇ ਦਾ ਆਪਸੀ ਕੀ ਰਿਸ਼ਤਾ ਹੈ? ਕੀ ਤੁਹਾਡਾ ਨੌਕਰ ਹੈ, ਤੁਹਾਡਾ ਸਿੱਖ ਹੈ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਮੇਰਾ ਭਾਈ ਹੈ। ਉਸ ਦਿਨ ਤੋਂ ਸਿੱਖ ਪੰਥ ਵਿੱਚ ਸ਼ਬਦ ਪ੍ਰਚਲਿਤ ਹੋਇਆ, ਭਾਈ ਮਰਦਾਨਾ, ਭਾਈ ਬਾਲਾ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ। ਸਤਿਗੁਰੂ ਜੀ ਨੇ ਆਪਣੇ ਸਿੱਖ ਨੂੰ ਵੀ ਆਪਦਾ ਭਾਈ ਬਣਾਇਆ ਹੈ। ਭਾਈ ਰੇ RAM ਕਹੋ ਚਿਤ ਲਾਏ। ਹੇ ਮੇਰੇ ਭਾਈ, ਹੇ ਮੇਰੇ ਵੀਰ ਨੂੰ ਵਾਹਿਗੁਰੂ ਦਾ ਨਾਮ, ਉਸ ਰਮੇ ਹੋਏ ਪਰਮੇਸ਼ਰ ਦਾ ਨਾਮ ਚਿੱਤ ਬਿਰਤੀ ਨੂੰ ਜੋੜ ਕੇ ਜਪਣਾ ਕਰੋ। ਭਾਵ ਹਿਰਦੇ ਦੀ ਇਕਾਗਰਤਾ ਦੇ ਨਾਲ, ਸਾਵਧਾਨਤਾ ਨਾਲ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰਤਾ ਅਤੇ ਸਾਵਧਾਨਤਾ ਸਹਿਤ ਚਿੱਤ ਬਿਰਤੀ ਨੂੰ ਪਰਮੇਸ਼ਰ ਨਾਲ ਜੋੜਨਾ ਕਰੋ। ਹਰ ਜਸ ਵਖਰ ਲੈ ਚਲਹੁ, ਸਹੁ ਦੇਖੈ ਪਤਿ ਆਏ। ਜੇਕਰ ਪਰਮਾਤਮਾ ਦਾ ਨਾਮ ਜਪਣ ਰੂਪੀ ਵੱਖਰ ਵਸਤੂ ਸੌਦਾ ਤੁਸੀਂ ਲੈ ਕੇ ਜਾਵੋਗੇ ਤੇ ਸਹੁ ਦੇਖੈ ਪਤਿ ਆਏ। ਸਹੁ ਕਹੀਏ ਮਾਲਕ ਪਤੀ ਪਰਮੇਸ਼ਰ ਜਦੋਂ ਤੁਹਾਡੀ ਵਸਤੂ ਵੱਲ ਵੇਖੇਗਾ ਤੇ ਪਤਿ ਆਏ ਭਾਵ ਪਤੀਜ ਜਾਵੇਗਾ। ਤੁਹਾਡੇ ਤੇ ਬਹੁਤ ਪ੍ਰਸੰਨਤਾ ਹੋਵੇਗੀ ਜਦੋਂ ਪਰਮੇਸ਼ਰ ਨਾਮ ਰੂਪੀ ਵਸਤੂ ਨੂੰ ਵੇਖੇਗਾ। ਰਹਾਉ ਜਿਨਾ ਰਾਸ ਨਾ ਸੱਚ ਹੈ, ਕਿਉ ਤਿਨਾ ਸੁਖ ਹੋਏ। ਵਿਸ਼ਰਾਮ ਦੇ ਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਜੀਵਾਂ ਦੇ ਕੋਲ ਸੱਚੇ ਨਾਮ ਰੂਪੀ ਰਾਸ ਨਹੀਂ, ਰਾਸ ਕਹੀਏ ਪੂੰਜੀ, ਦੌਲਤ, ਜਿਨ੍ਹਾਂ ਕੋਲ ਸੱਚੇ ਨਾਮ ਦੀ ਦੌਲਤ ਨਹੀਂ ਹੈ, ਕਿਉਂ ਤਿੰਨਾ ਸੁੱਖ ਹੋਏ। ਭਾਈ ਉਹਨਾਂ ਨੂੰ ਲੋਕ ਪਰਲੋਕ ਦੇ ਵਿੱਚ ਕਿਵੇਂ ਸੁੱਖ ਮਿਲ ਸਕਦੇ ਨੇ? ਭਾਵ ਹਰਗਿਜ਼ ਵੀ ਸੁਖੀ ਨਹੀਂ ਰਹਿ ਸਕਦੇ। ਖੋਟੈ ਵਣਜ ਵਣੰਜਿਐ, ਮਨ ਤਨ ਖੋਟਾ ਹੋਏ। ਜਿੱਥੇ ਇਸ ਦੁਨੀਆ ਦੇ ਵਿੱਚ ਖਰਾ ਸੌਦਾ ਹੈ, ਉੱਥੇ ਖੋਟਾ ਸੌਦਾ ਵੀ ਹੈ। ਤੇ ਮਹਾਰਾਜ ਕਹਿੰਦੇ ਖੋਟੈ ਵਣਜ ਵਣੰਜਿਐ,
ਜੇ ਖੋਟ ਰੂਪੀ ਸੌਦਾ ਇਕੱਤਰ ਕਰਾਂਗੇ, ਜੇ ਖੋਟ ਹੀ ਖੋਟ ਕਮਾਵਾਂਗੇ ਤੇ ਮਨ ਤਨ ਖੋਟਾ ਹੋਏ, ਇਹ ਤਨ ਇਹ ਸਰੀਰ ਤੇ ਮਨ ਵੀ ਭਾਈ ਖੋਟਾ ਹੋ ਜਾਵੇਗਾ। ਤੇ ਪਿਆਰਿਓ, ਖੋਟੇ ਦੀ ਕਦੇ ਕੋਈ ਕਦਰ ਨਹੀਂ ਪੈਂਦੀ, ਭਾਵੇਂ ਖੋਟਾ ਸਿੱਕਾ ਹੋਵੇ ਤੇ ਭਾਵੇਂ ਖੋਟਾ ਬੰਦਾ ਹੋਵੇ। ਖੋਟੇ ਦੀ ਕਦੇ ਕੀਮਤ ਨਹੀਂ ਪੈਂਦੀ, ਤੇ ਹਾਲਾਂਕਿ ਜਿੰਨਾ ਚਿਰ ਖੋਟ ਕੱਢ ਨਾ ਦਿੱਤੀ ਜਾਵੇ ਉਦੋਂ ਤੱਕ ਸਿੱਕਾ ਵੀ ਮਨਜ਼ੂਰ ਨਹੀਂ ਹੁੰਦਾ। ਤਾਂ ਕਰਕੇ ਸਾਹਿਬ ਕਹਿੰਦੇ ਨੇ ਕਿ ਨਾਨਕ ਜੀ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ। ਜੇ ਸਿੱਕਾ ਟਕਸਾਲ ਵਿੱਚ ਘੜਿਆ ਜਾਵੇ ਤੇ ਵਿੱਚ ਚਾਂਦੀ ਦੀ ਲੱਗੀ ਬਾਦਸ਼ਾਹੀ ਦੀ ਮੋਹਰ ਹੋਵੇ, ਫਿਰ ਹਰ ਦੁਕਾਨ ਤੇ ਉਸ ਨੂੰ ਖਰਾ ਕਿਹਾ ਜਾਂਦਾ ਹੈ। ਜਿਸ ਨੇ ਦੁਨੀਆ ਦੇ ਵਿੱਚ ਸੱਚੇ ਨਾਮ ਦੀ ਵਸਤੂ ਨੂੰ ਇਕੱਤਰ ਕੀਤਾ ਹੈ, ਦਰਗਾਹ ਵਿੱਚ ਭਾਈ ਉਸੇ ਹੀ ਜੀਵ ਨੂੰ ਖਰਾ ਕਿਹਾ ਜਾਵੇਗਾ। ਖੋਟੇ ਵਣਜ ਵਣੰਜੇ, ਖੋਟੀ ਵਣਜ ਖੋਟਾ ਵਪਾਰ, ਵਣੰਜੇ ਭਾਵ ਵਪਾਰ ਕਰਨ ਨਾਲ ਮਨ ਤਨ ਖੋਟਾ ਹੋਏ। ਇਹ ਤਨ ਅਤੇ ਮਨ ਖੋਟ ਨਾਲ ਭਰ ਜਾਂਦਾ ਹੈ। ਆਹੀ ਫਾਥੇ ਮਿਰਗ ਜਿਉ ਦੁਖ ਘਣੋ ਨਿਤਰੋਏ। ਜਦੋਂ ਚੰਦਰਮਾ ਦੀ ਚਾਨਣੀ ਹੋਵੇ, ਹਿਰਨ ਬੜਾ ਖੁਸ਼ ਹੁੰਦਾ ਹੈ ਤੇ ਉਹ ਖੁਸ਼ੀ ਦੇ ਵਿੱਚ ਝੂਮਦਾ ਹੈ, ਨੱਚਦਾ ਹੈ, ਕੁੱਦਦਾ ਹੈ, ਚੁੰਗੀਆਂ ਭਰਦਾ ਹੈ। ਸ਼ਿਕਾਰੀ ਨੂੰ ਪਤਾ ਲੱਗ ਜਾਂਦਾ ਕਿ ਅੱਜ ਹਿਰਨ ਖੁਸ਼ ਹੈ, ਇਹਨੂੰ ਕਾਬੂ ਕਰਨਾ ਸੌਖਾ ਹੈ। ਇੱਕ ਤਾਂ ਚੰਦਰਮਾ ਦੀ ਚਾਂਦਨੀ ਕਰਕੇ ਜੋ ਠੰਡੀ ਮਿੱਠੀ ਰੁੱਤ ਦੇ ਵਿੱਚ ਉਹਦੇ ਮਨ ਨੂੰ ਚੈਨ ਮਿਲਦਾ, ਤੇ ਦੂਸਰਾ ਸ਼ਿਕਾਰੀ ਹਿਰਨ ਨੂੰ ਕਾਬੂ ਕਰਨ ਵਾਸਤੇ ਘੰਡੇ ਹੇੜੇ ਦਾ ਸੰਗੀਤ ਪੈਦਾ ਕਰਦਾ ਹੈ, ਤੇ ਉਸ ਸੰਗੀਤ ਦਾ ਨਾਦ ਸੁਣ ਕੇ ਹਿਰਨ ਬੇਕਾਬੂ ਹੋ ਜਾਂਦਾ ਹੈ, ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਦੌੜਦਾ ਹੈ ਸੰਗੀਤ ਨੂੰ ਸੁਣਨ ਵੱਲ। ਸ਼ਿਕਾਰੀ ਜਾਲ ਲਾ ਕੇ ਹਿਰਨ ਨੂੰ ਕਾਬੂ ਕਰ ਲੈਂਦਾ। ਗੁਰੂ ਸਾਹਿਬ ਕਹਿੰਦੇ ਨੇ, ਜੋ ਵਿਸ਼ੇ ਵਿਕਾਰਾਂ ਰੂਪੀ ਨਾਦ ਸਰਵਣ ਕਰਦੇ ਨੇ, ਵਿਖੇ ਨਾਦ ਕਰਨ ਸੁਨ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਜੋ ਵਿਸ਼ੇ ਰੂਪੀ ਘੰਡੇ ਹੇੜੇ ਦਾ ਨਾਦ ਸੁਣਨ ਵਿੱਚ ਮਸਤ ਹੋਏ ਨੇ, ਉਹ ਹਿਰਨ ਦੇ ਵਾਂਗ ਫਸ ਜਾਣਗੇ। ਫਾਹੀ ਫਾਥੇ ਮਿਰਗ ਜਿਉ ਦੁੱਖ ਘਣੋ ਨਿਤ ਰੋਏ। ਬਹੁਤ ਜ਼ਿਆਦਾ ਦੁੱਖ ਹੋਵੇਗਾ ਤੇ ਨਿਤਾ ਪ੍ਰਤੀ ਰੋਂਦੇ ਹੀ ਰਹਿਣਗੇ। ਆਸਾ ਰਾਗ ਦੇ ਸ਼ੰਤਾਂ ਵਿੱਚ ਹਜੂਰ ਦਾ ਬਚਨ ਹੈ ਕਿ ਫਤ ਹੋ ਮਿਰਗ ਜਿਵੈ, ਪੇਖ ਰੈਣ ਚੰਦਰਾਇਣ, ਸੁਖ ਹੋ ਦੁਖ ਭਏ, ਨਿਤ ਪਾਪ ਕਮਾਇਣ। ਪਾਪਾਂ ਕਮਾਣੇ ਛੱਡਹਿ ਨਾਹੀ, ਲੈ ਚੱਲੇ ਘੱਤ ਗਲਾਵਿਆਂ। ਜਦੋਂ ਪਾਪ ਕਮਾਉਣੇ ਜੀਵ ਛੱਡਦਾ ਨਹੀਂ ਤੇ ਜਮਦੂਤ ਗਲ 'ਚ ਗਲਾਵਾਂ ਪਾ ਕੇ ਲੈ ਜਾਂਦੇ ਨੇ। ਹਰ ਚੰਦੌਰੀ ਦੇਖ ਮੂਠਾ ਕੂੜ ਸੇਜਾ ਰਾਵਿਆ, ਲੱਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ। ਨਾਨਕ ਮ੍ਰਿਗ ਅਗਿਆਨ ਬਿਨਸੈ ਨਹਿ ਮਿਟੈ ਆਵਣ ਜਾਇਣ। ਅਗਿਆਨਤਾ ਦਾ ਮਿਰਗ, ਅਗਿਆਨ ਰੂਪੀ ਹਿਰਨ ਜਦੋਂ ਤੱਕ ਖਤਮ ਨਹੀਂ ਹੁੰਦਾ, ਉਦੋਂ ਤੱਕ ਜੀਵ ਦੀ ਭਟਕਣਾ ਲੱਗੀ ਰਹੇਗੀ। ਤੋ ਗੁਰੂ ਸਾਹਿਬ ਕਹਿੰਦੇ ਨੇ, ਜਿਵੇਂ ਹਿਰਨ ਕੰਡੇ ਹੇੜੇ ਦਾ ਨਾਦ ਸੁਣ ਕੇ ਜਾਲ ਵਿੱਚ ਫਸ ਜਾਂਦਾ ਹੈ, ਇਸੇ ਤਰ੍ਹਾਂ ਭਾਈ ਜੀਵ ਜਿਹੜੇ ਖੋਟੇ ਵਪਾਰ ਕਰਦੇ ਨੇ, ਜਿਨ੍ਹਾਂ ਖੋਟ ਹੀ ਵਿਹਾਜੀ ਹੈ, ਉਹ ਵੀ ਹਿਰਨ ਦੇ ਵਾਂਗ ਸੰਸਾਰੀ ਬੰਧਨਾਂ ਵਿੱਚ ਫਸ ਜਾਂਦੇ ਹਨ। ਖੋਟੈ ਪੋਤੈ ਨਾ ਪਵਹਿ, ਤਿਨ ਹਰ ਗੁਰ ਦਰਸ ਨਾ ਹੋਏ। ਖੋਟੇ ਭਾਵ ਖੋਟੇ ਜੀਵ। ਪੋਤੈ ਦਾ ਅਰਥ ਹੈ ਖਜ਼ਾਨਾ। ਵਾਹਿਗੁਰੂ ਦੀ ਦਰਗਾਹ ਰੂਪੀ ਖਜ਼ਾਨੇ ਦੇ ਵਿੱਚ ਖੋਟੇ ਜੀਵ ਕਦੇ ਵੀ ਲੇਖੇ ਨਹੀਂ ਪੈਣਗੇ। ਤਿਨ ਹਰ ਗੁਰ ਦਰਸ ਨਾ ਹੋਏ, ਤੇ ਉਹਨਾਂ ਖੋਟਿਆਂ ਨੂੰ ਕਦੇ ਗੁਰੂ ਅਤੇ ਸਤਿ ਪਰਮਾਤਮਾ ਦਾ ਦਰਸ਼ਨ ਨਸੀਬ ਨਹੀਂ ਹੋ ਸਕਦਾ। ਗੁਰਬਾਣੀ ਦਾ ਬਚਨ ਹੈ ਕਿ ਆਪੇ ਕੁਦਰਤ ਸਾਜ ਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ।
ਖਰੇ ਪਰਖ ਖਜ਼ਾਨੇ ਪਾਈਐ, ਖੋਟੇ ਸੱਟੀਐ ਬਾਹਰ ਵਾਰ, ਖੋਟੇ ਸੱਚੀ ਦਰਗਹਿ ਸੁੱਟੀਐ, ਕਿਸ ਅੱਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੈ ਇਹਾ ਕਰਨੀ ਸਾਰ, ਸਤਿਗੁਰ ਖੋਟਿਆਹੋਂ ਖਰੇ ਕਰੇ ਸ਼ਬਦ ਸਵਾਰਨ ਹਾਰ। ਬੇਸ਼ੱਕ ਖੋਟਿਆਂ ਨੂੰ ਸੱਚੀ ਦਰਗਾਹ ਦੇ ਵਿੱਚੋਂ ਬਾਹਰ ਵਾਰ ਸੁੱਟ ਦਿੱਤਾ ਜਾਂਦਾ ਹੈ, ਪਰ ਜੇ ਖੋਟਾ ਵੀ ਗੁਰੂ ਦੀ ਸ਼ਰਨ ਪੈ ਜਾਵੇ, ਗੁਰੂ ਖੋਟ ਨੂੰ ਕੱਢ ਦਿੰਦਾ ਹੈ ਤੇ ਖਰਾ ਬਣਾ ਦਿੰਦਾ ਹੈ। ਸਤਿਗੁਰ ਖੋਟਿਆਹੋਂ ਖਰੇ ਕਰੇ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਖੋਟੇ ਨੂੰ ਹਰੀ ਤੇ ਗੁਰੂ ਦਾ ਦਰਸ਼ਨ ਪ੍ਰਾਪਤ ਨਹੀਂ ਹੋ ਸਕਦਾ। ਖੋਟੇ ਜਾਤ ਨਾ ਪਤ ਹੈ, ਖੋਟ ਨਾ ਸੀਜ ਸਕੋਏ। ਜਿਸ ਦੇ ਮਨ ਵਿੱਚ ਖੋਟ ਹੈ, ਗੁਰੂ ਸਾਹਿਬ ਕਹਿੰਦੇ ਉਹ ਉੱਚੀ ਜਾਤ ਵਾਲਾ ਵੀ ਨਹੀਂ ਹੈ, ਉਹ ਨੀਚ ਜਾਤ ਹੈ ਤੇ ਨਾ ਪਤ ਹੈ, ਨਾ ਉਸ ਦੀ ਕੋਈ ਪੱਤ ਕਹੀਏ ਇੱਜ਼ਤ ਹੈ। ਖੋਟ ਨਾ ਸੀਜਸ ਕੋਏ। ਸੀਜਸ ਸਿਰਜਣਾ ਭਾਵ ਸਫਲ ਹੋਣਾ, ਅਥਵਾ ਸੀਜਸ ਤੋਂ ਭਾਵ ਹੈ ਕਿਸੇ ਦੇ ਉੱਪਰ ਇਤਬਾਰ ਕਰ ਲੈਣਾ, ਭਰੋਸਾ ਕਰਨਾ। ਖੋਟੇ ਦੇ ਉੱਪਰ ਕੋਈ ਭਰੋਸਾ ਨਹੀਂ ਕਰਦਾ ਤੇ ਨਾ ਹੀ ਉਹ ਪਰਲੋਕ ਵਿੱਚ ਸਫਲ ਹੋ ਸਕਦਾ ਹੈ। ਖੋਟੇ ਖੋਟ ਕਮਾਵਣਾ, ਆਈ ਗਿਆ ਪਤ ਖੋਏ। ਖੋਟੇ ਜੀਵ ਦਾ ਸੁਭਾਅ ਬਣ ਜਾਂਦਾ ਹੈ ਕਿ ਵਿਸ਼ੇ ਵਿਕਾਰਾਂ ਦੀ ਖੋਟ ਹੀ ਸਦਾ ਕਮਾਉਂਦਾ ਰਹਿੰਦਾ ਹੈ। ਆਏ ਗਿਆ ਪਤ ਖੋਏ, ਬਾਰ-ਬਾਰ ਆਉਂਦਾ ਹੈ, ਬਾਰ-ਬਾਰ ਜਾਂਦਾ ਹੈ ਤੇ ਆਪਣੀ ਇੱਜ਼ਤ ਗਵਾ ਲੈਂਦਾ ਹੈ। ਨਾਨਕ ਮਨ ਸਮਝਾਈਐ, ਗੁਰ ਕੈ ਸ਼ਬਦ ਸਲਾਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਹੇ ਭਾਈ ਆਪਣੇ ਮਨ ਨੂੰ ਗੁਰਾਂ ਦੀ ਸਿੱਖਿਆ ਦੁਆਰਾ ਸਮਝਾਉਣਾ ਕਰੋ ਤੇ ਗੁਰ ਕੈ ਸ਼ਬਦ ਸਲਾਹ, ਗੁਰੂ ਦੇ ਸ਼ਬਦ ਕਹੀਏ ਉਪਦੇਸ਼ ਦੁਆਰਾ ਪਰਮੇਸ਼ਰ ਦੀ ਸਿਫਤ ਸਲਾਹ ਕਰਨਾ ਕਰੋ। ਰਾਮ ਨਾਮ ਰੰਗ ਰਤਿਆ, ਭਾਰ ਨਾ ਭਰਮ ਤਿਨਾਹ। ਜਿਹੜੇ ਜੀਵ ਰਮੇ ਹੋਏ ਪਰਮੇਸ਼ਰ ਦੇ ਨਾਮ ਵਿੱਚ ਰਤਿਆ ਕਹੀਏ ਰੰਗੇ ਗਏ ਹਨ, ਭਾਰ ਨਾ ਭਰਮ ਤਿਨਾਹ, ਉਹਨਾਂ ਦੇ ਉੱਪਰ ਭਰਮ ਰੂਪੀ ਭਾਰ ਨਹੀਂ ਹੈ। 5 ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁਨ ਸੰਗ ਭਰਮ, ਵਿਕਾਰ, ਬ੍ਰਹਮ ਮਿੱਤਰ ਜਗ ਸਤ ਭਰਮ, ਪਾਂਚੋ ਭਰਮ ਸੰਸਾਰ। ਇਹ 5 ਪ੍ਰਕਾਰ ਦਾ ਭਰਮ ਤੇ ਇਸ ਭਰਮ ਰੂਪੀ ਭਾਰ ਉਹਨਾਂ ਗੁਰਮੁਖਾਂ ਦੇ ਸਿਰ ਉੱਪਰ ਨਹੀਂ ਰਹਿੰਦਾ ਭਾਈ, ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਜੀਵਨ ਬਤੀਤ ਕੀਤਾ ਹੈ। ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੀ ਸਮਾਪਤੀ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਹੇ ਜੀਵ, ਪਰਮਾਤਮਾ ਦਾ ਨਾਮ ਜਪ, ਲਾਹਾ ਅਗਲਾ। ਨਾਮ ਜਪਣਾ ਹੀ ਅਗਲਾ ਭਾਵ ਬਹੁਤ ਵੱਡਾ ਲਾਹਾ ਹੈ। ਨਿਰਭਉ ਹਰ ਮਨ ਮਾਹ, ਅਤੇ ਗੁਰੂ ਦੀ ਕਿਰਪਾ ਦੁਆਰਾ ਤੇਰਾ ਮਨ ਨਿਰਭਉ ਹੋ ਜਾਵੇਗਾ। ਜਦੋਂ ਨਿਰਭੈ ਦੀ ਪ੍ਰਾਪਤੀ ਹੋਵੇਗੀ, ਜੀਵ ਵੀ ਨਿਰਭੈ ਹੋ ਜਾਂਦਾ ਹੈ। ਨਿਰਭਉ ਜਪੈ, ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਤਾਂ ਕਰਕੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਭਾਈ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਸਾਧਿਆ ਹੈ ਅਤੇ ਸੱਚੇ ਨਾਮ ਰੂਪੀ ਵਖਰ ਨੂੰ, ਉਸ ਦੌਲਤ ਨੂੰ ਸੰਚਿਤ ਕੀਤਾ ਹੈ ਤੇ ਸੰਚਿਤ ਕਰਕੇ ਸੰਭਾਲ ਕੇ ਰੱਖਿਆ ਹੈ, ਨਾਮ ਰੂਪੀ ਸੌਦੇ ਨੂੰ ਸੰਭਾਲਿਆ ਹੈ, ਉਹਨਾਂ ਦੀ ਲੋਕ ਪਰਲੋਕ ਵਿੱਚ ਇੱਜ਼ਤ ਬਣੀ ਹੈ। ਤੇ ਦੂਸਰੇ ਪਾਸੇ ਜਿਨ੍ਹਾਂ ਖੋਟ ਹੀ ਖੋਟ ਕਮਾਈ, ਖੋਟੇ ਕਰਮ ਕੀਤੇ, ਖੋਟੇ ਵਿਕਾਰਾਂ ਦੇ ਵਿੱਚ ਤੇ ਖੋਟੀ ਨੀਅਤ ਦੇ ਨਾਲ ਹੀ ਜਿਨ੍ਹਾਂ ਆਪਣਾ ਜੀਵਨ ਬਤੀਤ ਕੀਤਾ ਹੈ, ਉਹ ਖੋਟੀ ਨੀਅਤ ਵਾਲੇ ਰੱਬ ਦੇ ਘਰ ਵਿੱਚ ਬਿਲਕੁਲ ਵੀ ਪ੍ਰਵਾਨ ਨਹੀਂ ਹੋ ਸਕਦੇ। ਜਿਨ੍ਹਾਂ ਦੇ ਮਨ ਵਿੱਚ ਖੋਟ ਹੈ, ਮਨ ਤਨ ਖੋਟਾ ਹੋਏ, ਸਾਹਿਬ ਕਹਿੰਦੇ ਰੱਬ ਦੇ ਘਰ ਵਿੱਚ, ਦਰਗਾਹ ਵਿੱਚ ਉਹ ਬਿਲਕੁਲ ਵੀ ਪ੍ਰਵਾਨ ਨਹੀਂ ਹੋਣਗੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ ਜੀ। ਵਿਚਾਰ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸਰਬੱਤ ਸੰਗਤ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ।
ਆਖਰੀ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾਹ, RAM ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹ, ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾ ਭਿਆਨ ਨਾਨਕ, ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀਓ ਬਨ ਹਾਰ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ, ਆਧਾਰ, ਹੇ ਠਾਕੁਰ ਹਉ ਦਾਸ रो ਮੈਂ ਨਿਰਗੁਣ ਗੁਣ ਨਹੀਂ, ਕੋਇ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਇ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ, ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ, ਸਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਪਾਰ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਹਾਰ। ਵਾਹਿਗੁਰੂ ਜੀ ਕਾ ਖਾਲਸਾ